ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਪਰ ਘਰ ਜਾਏ ਪ੍ਰਾਹੁਣਾ ਆਸਾ ਵਿੱਚ ਨਿਰਾਸ ਵਿਲਾਏ। ਕਦੇ ਵੀ ਕਿਸੇ ਪਰਾਏ ਘਰ ਦੇ ਵਿੱਚ ਪ੍ਰਾਹੁਣਾ ਗਿਆ ਹੋਵੇ, ਕੋਈ ਗੈਸਟ ਗਿਆ ਹੋਵੇ, ਤੇ ਉਹ ਕਿੱਦਾਂ ਵਿਚਰਦਾ ਹੈ ਉੱਥੇ। ਉਹਨੂੰ ਪਤਾ ਹੈ ਵੀ ਜਿੰਨੀਆਂ ਵੀ ਚੀਜ਼ਾਂ ਮੇਰੇ ਸਾਹਮਣੇ ਪਈਆਂ ਨੇ ਸਾਰੀਆਂ ਨਜ਼ਰ ਤੇ ਆਉਂਦੀਆਂ ਨੇ, ਪਰ ਸਾਰੀਆਂ ਮੇਰੀਆਂ ਨਹੀਂ ਨੇ। ਹੁਣ ਘਰ ਦੇ ਸਤਿਕਾਰ ਵੀ ਬਹੁਤ ਕਰਦੇ ਨੇ ਵੀ ਚੀਜ਼ਾਂ ਵਰਤ ਵੀ ਸਕਦਾ ਹੈ, ਪਰ ਫਿਰ ਵੀ ਕੀ ਕਰਦਾ ਹੈ, ਬੜੇ ਸੰਜਮ ਦੇ ਨਾਲ ਚੀਜ਼ਾਂ ਵਰਤਦਾ ਵੀ ਮੇਰੇ ਕੋਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਕੋਈ ਨੁਕਸਾਨ ਨਾ ਹੋ ਜਾਵੇ। ਤੇ ਨਾ ਹੀ ਮੈਂ, ਕਿਉਂਕਿ ਮੈਂ ਕਿਸੇ ਦੇ ਘਰ ਦੇ ਵਿੱਚ ਬੈਠਾ ਹੋਇਆ ਹਾਂ, ਤੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਾਂਗਾ ਜਿਹੜਾ ਕੰਮ ਕਰਦਿਆਂ ਜਿਹੜੇ ਉਸ ਘਰ ਦੇ ਮਾਲਕ ਨੇ ਉਹਨਾਂ ਨੂੰ ਬੁਰਾ ਲੱਗੇ, ਭਾਵੇਂ ਮੇਰੇ ਰਿਸ਼ਤੇਦਾਰ ਹੀ ਨੇ। ਜਿੱਦਾਂ ਅਸੀਂ ਆਪਣੇ ਘਰ ਦੇ ਵਿੱਚ ਵਿਚਰ ਲੈਂਦੇ ਹਾਂ, ਅਸੀਂ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਤੇ ਜਾ ਕੇ ਉੱਦਾਂ ਨਹੀਂ ਵਿਚਰ ਪਾਉਂਦੇ। ਪਰ ਘਰ ਜਾਏ ਪ੍ਰਾਹੁਣਾ ਆਸਾ ਵਿੱਚ ਨਿਰਾਸ ਵਿਲਾਏ। ਜਿੱਦਾਂ ਪਰਾਏ ਘਰ ਦੇ ਵਿੱਚ ਜਾ ਕੇ ਜਿਹੜਾ ਪ੍ਰਾਹੁਣਾ ਹੈ ਨਾ, ਉਹ ਆਸਾ ਤੋਂ ਉੱਚਾ ਉੱਠਿਆ ਹੁੰਦਾ ਹੈ। ਜੋ ਕੁਝ ਮਿਲ ਗਿਆ ਉਹਦੇ ਵਿੱਚ ਵੀ ਉਹਨੂੰ ਸਬਰ ਕਰਨਾ ਪੈਂਦਾ ਹੈ ਤੇ ਸਬਰ ਕਰਦਾ ਹੈ। ਫਿਰ ਦੂਜੀ ਗੱਲ, ਪਾਣੀ ਅੰਦਰ ਕਵਲ ਜਿਉਂ ਸੂਰਜ ਧਿਆਨ ਅਲਿਪਤ ਰਹਾਏ। ਕਮਲ ਜਿਹੜਾ ਹੈ ਉਹ ਹੁੰਦਾ ਪਾਣੀ ਦੇ ਵਿੱਚ ਹੈ, ਪਰ ਉਹਦਾ ਜਿਹੜਾ ਸਬੰਧ ਹੁੰਦਾ ਹੈ ਪਾਣੀ ਦੇ ਵਿੱਚ ਰਹਿੰਦਿਆਂ, ਉਹ ਸਬੰਧ ਹੁੰਦਾ ਹੈ ਸੂਰਜ ਦੇ ਨਾਲ। ਉਹਦਾ ਜਦੋਂ ਸ਼ਾਮ ਦਾ ਵੇਲਾ ਆਉਂਦਾ ਹੈ, ਕਮਲ ਦਾ ਫੁੱਲ ਆਪਣੇ ਆਪ ਹੀ ਬੰਦ ਹੋਣਾ ਸ਼ੁਰੂ ਹੋ ਜਾਂਦਾ। ਉਹ ਜਿਹੜਾ ਖਿੜਿਆ ਹੁੰਦਾ ਹੈ ਸੂਰਜ ਦੀ ਧੁੱਪ ਦੇ ਨਾਲ, ਆਪਣੇ ਆਪ ਹੀ ਬੰਦ ਹੋਣਾ ਸ਼ੁਰੂ ਹੋ ਜਾਂਦਾ। ਸਵੇਰ ਨੂੰ ਜਦੋਂ ਰਾਤ ਆ ਸਮਾਂ ਹੁਣ ਨਿਕਲਣਾ ਹੈ, ਉਹ ਬਿਲਕੁਲ ਉਲਟਾ ਹੋਇਆ ਹੁੰਦਾ ਹੈ। ਫਿਰ ਜਦੋਂ ਸੂਰਜ ਦੀਆਂ ਕਿਰਨਾਂ ਉਹਦੇ ਉੱਤੇ ਪੈਣੀਆਂ ਸ਼ੁਰੂ ਹੁੰਦੀਆਂ ਨੇ, ਉਹ ਫਿਰ ਜਿਹੜਾ ਹੈ ਉਹ ਸਿੱਧਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇੱਦਾਂ ਬੜੇ ਫੁੱਲ ਨੇ ਜਿਹੜੇ ਸੂਰਜ ਦੇ ਨਾਲ ਖਿੜਦੇ ਨੇ, ਸੂਰਜ ਅਸਤ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਬੰਦ ਹੋਣੇ ਸ਼ੁਰੂ ਹੋ ਜਾਂਦੇ ਨੇ। ਕਈ ਰਾਤ ਨੂੰ ਖਿੜਦੇ ਨੇ, ਜਿੱਦਾਂ ਗੁਰਬਾਣੀ ਦੀ ਉਦਾਹਰਣ ਹੈ, ਕੌਲ ਤੂੰ ਹੈ ਕਵੀਆਂ ਤੂੰ ਹੈ ਆਪੇ ਵੇਖ ਵਿਗਸ। ਕਮਲ ਦਿਨ ਵੇਲੇ ਖਿੜਦਾ ਹੈ, ਕਵੀਆਂ ਰਾਤ ਨੂੰ ਖਿੜਦੀਆਂ ਨੇ। ਇੱਕ ਦਾ ਸੰਬੰਧ ਸੂਰਜ ਦੇ ਨਾਲ, ਇੱਕ ਦਾ ਸੰਬੰਧ ਚੰਦਰਮਾ ਦੇ ਨਾਲ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਿੱਦਾਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਹੁੰਦਾ ਹੈ ਤੇ ਜ਼ਮੀਨ ਦੇ ਉੱਤੇ ਪਾਣੀ ਦੇ ਵਿੱਚ ਹੈ, ਪਰ ਸੂਰਜ ਧਿਆਨ ਉਹਦਾ ਸੂਰਜ ਦੇ ਵੱਲ ਹੈ। ਅਲਿਪਤ ਰਹਾਏ, ਪਾਣੀ ਜਿਹੜਾ ਚਿੱਕੜ ਵਾਲਾ ਹੈ ਉਹਦੇ ਤੋਂ ਨਿਰਲੇਪ ਰਹਿੰਦਾ ਹੈ। ਕਮਲ ਚਿੱਕੜ ਤੋਂ ਬਿਨਾਂ ਨਹੀਂ ਹੋ ਸਕਦਾ ਕਦੀ ਵੀ, ਸਾਫ਼ ਪਾਣੀ ਦੇ ਵਿੱਚ ਨਹੀਂ ਉੱਗਦਾ ਉਹ। ਪਰ ਨਾਲ ਕੀ ਹੈ, ਉਹਦਾ ਸਬੰਧ ਸੂਰਜ ਦੇ ਨਾਲ ਹੈ ਵੀ ਸੂਰਜ ਹੋਵੇਗਾ ਤੇ ਉਹ ਖਿੜੇਗਾ, ਸੂਰਜ ਨਹੀਂ ਹੋਵੇਗਾ ਤੇ ਉਹ ਜਿਹੜਾ ਹੈ ਉਹ ਬੰਦ ਰਹੇਗਾ। ਤੁਸੀਂ ਕਿਤੇ ਬਾਹਰ ਜਿਹੜੇ ਜ਼ਿਆਦਾ ਕਰਕੇ ਜਿਹੜੇ ਕਮਲ ਉੱਗਦੇ ਨੇ, ਛੱਪੜਾਂ ਦੇ ਵਿੱਚ ਉੱਗਦੇ ਨੇ। ਇਹ ਸਿਰਫ ਇੱਕ ਉਦਾਹਰਣ ਹੈ ਵੀ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਸਬੰਧ ਉਹਦਾ ਉੱਤੇ ਜਿਹੜਾ ਸੂਰਜ ਹੈ ਉਹਦੇ ਨਾਲ ਹੈ। ਸ਼ਬਦ ਸੁਰਤ ਸਤ ਸੰਗ ਮਿਲ ਗੁਰ ਚੇਲੇ ਦੀ ਸੰਧ ਮਿਲਾਏ। ਹੁਣ ਇੱਥੋਂ ਸਾਡੀ ਗੱਲ ਹੋਣੀ ਸ਼ੁਰੂ ਹੋ ਗਈ। ਜਿੱਦਾਂ ਕਮਲ ਜਿਹੜਾ ਹੈ ਉਹ ਰਹਿੰਦਾ ਪਾਣੀ ਦੇ ਵਿੱਚ ਹੈ, ਪਰ ਸਬੰਧ ਸੂਰਜ ਦੇ ਨਾਲ ਹੈ। ਜਿੱਦਾਂ ਪਰਾਏ ਘਰ ਦੇ ਵਿੱਚ ਪ੍ਰਾਹੁਣਾ ਵਿਚਰਦਾ ਹੈ, ਅਸੀਂ ਅਸਲ ਦੇ ਵਿੱਚ ਸੰਗਤ ਦੇ ਵਿੱਚ ਇੱਦਾਂ ਵਿਚਰਨਾ ਹੁੰਦਾ ਹੈ। ਪਹਿਲੀ ਗੱਲ ਤੇ ਚਲੋ ਸਾਨੂੰ ਵੀ ਸਾਰਿਆਂ ਨੂੰ ਪਤਾ ਹੈ ਵੀ ਅੱਜ ਇੱਥੇ ਬੈਠੇ ਹਾਂ ਤੇ ਕੱਲ੍ਹ ਨੂੰ ਪਤਾ ਨਹੀਂ ਬੈਠੇ ਹੋਣਾ ਕਿ ਨਹੀਂ। ਮੈਂ ਅਕਸਰ ਜਦੋਂ ਇਸ ਪਾਸੇ ਦੀ ਗੱਲ ਕਰਦਾ ਹੁੰਨਾ ਤੇ ਮੈਂ ਬਹੁਤ ਵਾਰ ਇਸ ਪਾਸੇ ਨੂੰ ਹੀ ਬੋਲਦਾ ਹੁੰਨਾ ਕਿ ਵੇਖੋ, ਅੱਜ ਸਮਾਂ ਮਹਾਰਾਜ ਨੇ ਸਾਨੂੰ ਦਿੱਤਾ ਹੈ ਤੇ ਅਸੀਂ ਸਤਿਗੁਰੂ ਦੇ ਕੋਲ ਆ ਕੇ ਬੈਠੇ ਹਾਂ। ਇਹ ਕੱਲ੍ਹ ਹੀ ਪਤਾ ਨਹੀਂ ਹੈ ਵੀ ਜ਼ਿੰਦਗੀ ਦੇ ਵਿੱਚ ਕੀ ਬਣ ਜਾਵੇ। ਹੋ ਸਕਦਾ ਇਹ ਨਹੀਂ ਵੀ ਅਸੀਂ ਦੂਜਾ ਹੀ ਸੋਚੀਏ ਵੀ ਚਲੇ ਹੀ ਜਾਣਾ ਹੈ, ਨਾ ਵੀ ਜਾਣਾ ਹੋਵੇ, ਸਮਾਂ ਹੀ ਨਾ ਲੱਗੇ ਕੱਲ੍ਹ ਆ ਕੇ ਬੈਠਣ ਦਾ। ਕੱਲ੍ਹ ਨੂੰ ਕੋਈ ਇੱਦਾਂ ਦੀ ਖੇਡ ਵਾਪਰ ਜਾਂਦੀ, ਸਾਨੂੰ ਕਿਤੇ ਦੂਰ ਜਾਣਾ ਪੈ ਗਿਆ। ਇਹ ਕੱਲ੍ਹ ਦਾ ਤੇ ਸਮਾਂ ਸਾਡੇ ਹੱਥ ਦੇ ਵਿੱਚ ਨਹੀਂ ਹੈ। ਹੁਣ ਜਿੰਨਾ ਸਮਾਂ ਮਹਾਰਾਜ ਨੇ ਸਾਨੂੰ ਦਿੱਤਾ ਹੈ, ਅਸੀਂ ਉਹਨੂੰ ਕਿੱਦਾਂ ਵਰਤਦੇ ਪਏ ਹਾਂ। ਆਹ ਜਿਹੜਾ ਸੰਗਤ ਦੇ ਵਿੱਚ ਵਰਤਦੇ ਪਏ ਹਾਂ। ਤੁਹਾਡੇ ਵਿੱਚੋਂ ਕਈਆਂ ਨੂੰ ਬੈਠਿਆਂ ਨੂੰ 1 ਘੰਟਾ ਹੋ ਗਿਆ, ਕਈਆਂ ਨੂੰ 1.5 ਘੰਟਾ ਵੀ ਹੋ ਗਿਆ, ਕਈਆਂ ਨੂੰ 2 ਵੀ ਹੋ ਗਏ ਹੋਣਗੇ, ਤੇ ਕਈਆਂ ਨੂੰ ਅੱਧਾ ਘੰਟਾ ਵੀ ਹੋ ਜਾਣਾ ਹੈ। ਕਾਰਨ ਸਿਰਫ ਇੰਨਾ ਕੁ ਹੈ ਵੀ ਇੱਥੇ ਅਸੀਂ ਬੈਠੇ ਹਾਂ, ਸਾਨੂੰ ਪਤਾ ਵੀ ਦੀਵਾਨ ਖਤਮ ਹੋ ਗਿਆ ਤਾਂ ਆਪਾਂ ਚਲੇ ਜਾਣਾ ਹੈ, ਬੈਠੇ ਥੋੜ੍ਹਾ ਕਿਸੇ ਨੇ ਰਹਿਣਾ ਹੈ। ਇੱਦਾਂ ਵਿਚਰਨਾ ਹੁੰਦਾ ਹੈ ਸੰਗਤ ਦੇ ਵਿੱਚ ਵੀ ਸਾਨੂੰ ਲੰਮਾ ਸਮਾਂ ਨਹੀਂ ਇੱਥੇ ਮਿਲਿਆ। ਜਿੱਦਾਂ ਪ੍ਰਾਹੁਣੇ ਨੇ ਪੱਕਾ ਨਹੀਂ ਟਿਕ ਜਾਣਾ ਹੁੰਦਾ ਨਾ, ਇੱਦਾਂ ਅਸੀਂ ਜਿਹੜਾ ਹੈ ਇੱਥੇ ਪੱਕਾ ਨਹੀਂ ਟਿਕਣਾ। ਪਰ ਨਾਲ ਕੀ ਉਦਾਹਰਣ ਹੈ, ਜਿੱਦਾਂ ਕਮਲ ਦਾ ਸੰਬੰਧ ਸੂਰਜ ਦੇ ਨਾਲ ਹੁੰਦਾ ਹੈ। ਹੁਣ ਬੈਠੇ ਅਸੀਂ ਸਾਰਿਆਂ ਦੇ ਨਾਲ ਹਾਂ। ਜਿਹੜੀ ਗੱਲ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਵੀ ਸਾਨੂੰ ਸਾਰਿਆਂ ਦੀ ਪਹਿਚਾਣ ਹੈ, ਉਹੀ ਤਾਂ ਜਿਹੜੇ ਰੋਜ਼ ਆ ਕੇ ਬੈਠਦੇ ਹਾਂ, ਬਾਏ ਫੇਸ ਸਾਰਿਆਂ ਨੂੰ ਜਾਣਦੇ ਹਾਂ। ਇੱਕ ਦੂਜੇ ਦੇ ਬਾਰੇ ਹੋ ਸਕਦਾ ਸਾਨੂੰ ਜ਼ਿਆਦਾ ਇਨਫੋਰਮੇਸ਼ਨ ਹੋਵੇ, ਜ਼ਿਆਦਾ ਜਾਣਕਾਰੀ ਹੋਵੇ। ਹੁਣ ਹੈ ਅਸੀਂ ਸਾਰਿਆਂ ਦੇ ਨਾਲ ਹਾਂ,
ਪਰ ਸਾਰਿਆਂ ਦੇ ਨਾਲ ਹੋ ਕੇ ਵੀ ਸਾਡਾ ਜਿਹੜਾ ਧਿਆਨ ਹੈ ਉਹ ਇਹਨਾਂ ਸਾਰਿਆਂ ਦੇ ਵਿੱਚ ਨਹੀਂ ਹੋਣਾ ਚਾਹੀਦਾ। ਸਾਡਾ ਧਿਆਨ ਸ਼ਬਦ ਦੇ ਵੱਲ ਹੋਣਾ ਚਾਹੀਦਾ ਹੈ। ਜਿੱਦਾਂ ਇਦਾਂ ਸਮਝ ਲਓ, ਕੋਈ ਆ ਰਿਹਾ ਹੈ, ਵੇਖ ਲਿਆ ਹੈ, ਠੀਕ ਹੈ, ਵੇਖ ਲਿਆ ਹੈ। ਕਿਸੇ ਨੇ ਗੱਲ ਕੀਤੀ, ਠੀਕ ਹੈ, ਗੱਲ ਸੁਣ ਲਈ ਹੈ। ਵੈਸੇ ਤੇ ਇਹ ਵੀ ਨਹੀਂ ਹੋਣਾ ਚਾਹੀਦਾ, ਜਿਹੜਾ ਆ ਰਿਹਾ ਹੈ ਉਹਨੂੰ ਵੀ ਪਤਾ ਹੋਣਾ ਚਾਹੀਦਾ ਵੀ ਜਿਹੜੇ ਸੰਗਤ ਦੇ ਵਿੱਚ ਬੈਠੇ ਨੇ, ਮੈਂ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ, ਡਿਸਟਰੈਕਟ ਨਹੀਂ ਹੋਣਾ ਚਾਹੀਦਾ ਇਹ ਪਾਸਾ। ਦੋਵਾਂ ਨੂੰ ਪਤਾ ਹੋਣਾ ਚਾਹੀਦਾ ਵੀ ਸੰਗਤ ਦੇ ਵਿੱਚ ਬੈਠਣ ਦੇ ਨਿਯਮ ਕੀ ਨੇ। ਆਪਾਂ ਨਿਯਮ ਹੀ ਸਿੱਖਦੇ ਪਏ ਹਾਂ। ਇੱਥੇ ਆ ਕੇ ਭਾਵੇਂ ਮੇਰੇ ਕਿੰਨੇ ਵੀ ਰਿਸ਼ਤੇਦਾਰ ਬੈਠੇ ਨੇ, ਹੁਣ ਮੇਰੀ ਸੰਧੀ ਹੋਣੀ ਹੈ। ਸੰਧੀ ਸ਼ਬਦ ਸਮਝਦੇ ਜੇ? ਜਦੋਂ ਦੋ ਰਾਜੇ ਲੜਦੇ ਹੁੰਦੇ ਸੀ ਤੇ ਉਹਨਾਂ ਦਾ ਜੇ ਕਿਤੇ ਫੈਸਲਾ ਨਾ ਹੋਣਾ ਤੇ ਦੋਵਾਂ ਨੇ ਮਿਲ ਕੇ ਸਮਝੌਤਾ ਕਰ ਲੈਣਾ ਵੀ ਇੰਨਾ ਏਰੀਆ ਤੇਰਾ ਤੇ ਇੰਨਾ ਏਰੀਆ ਮੇਰਾ, ਇਹ ਆਪਣੀ ਸੰਧੀ ਹੋ ਗਈ ਹੈ। ਮਹਾਰਾਜਾ ਰਣਜੀਤ ਸਿੰਘ ਜੀ ਤੇ ਅੰਗਰੇਜ਼ਾਂ ਦੀ ਸੰਧੀ ਹੋਈ ਸੀ ਸਤਲੁਜ ਦਰਿਆ ਦੇ ਕੰਢੇ ਦੇ ਉੱਤੇ ਵੀ ਸਤਲੁਜ ਦੇ ਇੱਧਰ ਦਾ ਇਲਾਕਾ ਅੰਗਰੇਜ਼ਾਂ ਦਾ ਤੇ ਪਰਲਾ ਪੰਜਾਬ ਵਾਲਾ ਇਲਾਕਾ ਉਹ ਮਹਾਰਾਜਾ ਰਣਜੀਤ ਸਿੰਘ ਦਾ। ਇਹਨੂੰ ਕਹਿੰਦੇ ਨੇ ਸੰਧੀ ਹੋਣੀ। ਸੰਧੀ ਦਾ ਮਤਲਬ ਹੈ ਮਿਲਾਪ ਹੋ ਜਾਣਾ। ਹੁਣ ਇੱਥੇ ਸਾਡੀ ਸੰਧੀ ਹੁੰਦੀ ਹੈ। ਸੰਧੀ ਸਾਡੀ ਕਿਹਦੇ ਨਾਲ ਹੋਣੀ ਹੈ? ਸਾਡੇ ਕੋਲ ਇੱਕ ਚੀਜ਼ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਸੁਰਤ। ਬਾਕੀ ਸਾਰੀਆਂ ਚੀਜ਼ਾਂ ਦੇ ਨਾਲੋਂ ਇੰਪੋਰਟੈਂਟ ਹੈ ਸਾਡੀ ਸੁਰਤ। ਮੈਂ ਫਿਰ ਕਹਿ ਦੇਵਾਂ, ਜਦੋਂ ਅਸੀਂ ਗੱਡੀ ਚਲਾਉਂਦੇ ਹਾਂ ਤੇ ਗੱਡੀ ਚਲਾਉਣ ਦੇ ਵੇਲੇ ਕੀ ਹੋ ਰਿਹਾ ਹੁੰਦਾ ਹੈ? ਸਟਾਰਟਿੰਗ ਦੇ ਵਿੱਚ ਤੇ ਚਲੋ ਸਾਨੂੰ ਦਿੱਕਤ ਆਉਂਦੀ ਹੈ ਵੀ ਅਸੀਂ ਗੱਲ ਵੀ ਨਹੀਂ ਕਰਦੇ, ਪਰ ਬਾਅਦ ਦੇ ਵਿੱਚ ਤੁਸੀਂ ਵੇਖੋ ਬੰਦਾ ਗੱਡੀ ਵੀ ਚਲਾਈ ਜਾਂਦਾ ਤੇ ਗੱਲਾਂ ਵੀ ਕਰੀ ਜਾਂਦਾ, ਪਰ ਉਹਦੀ ਮੇਨ ਜਿਹੜੀ ਸੁਰਤ ਹੈ, ਮੇਨ ਧਿਆਨ ਹੈ, ਉਹ ਕਿੱਧਰ ਹੁੰਦਾ ਹੈ? ਭਾਵੇਂ ਗੱਲਾਂ ਸਾਰਿਆਂ ਦੇ ਨਾਲ ਕਰੀ ਜਾਂਦਾ, ਪਰ ਮੇਨ ਧਿਆਨ ਉਹਦਾ ਜਿਹੜਾ ਹੁੰਦਾ ਹੈ ਉਹ ਗੱਡੀ ਦੇ ਵੱਲ ਹੁੰਦਾ ਹੈ। ਅਸੀਂ ਘਰਾਂ ਦੇ ਵਿੱਚ ਕਿੰਨੀ ਵਾਰ ਵੇਖਦੇ ਹਾਂ, ਭਗਤ ਨਾਮਦੇਵ ਜੀ ਨੇ ਵੀ ਬੜੀਆਂ ਉਦਾਹਰਨਾਂ ਇਹਦੇ ਬਾਰੇ ਬੋਲੀਆਂ ਨੇ। ਉਹ ਕਹਿੰਦੇ ਵੀ ਸੁਨਿਆਰਾ ਗੱਲ ਵੀ ਕਰੀ ਜਾਂਦਾ ਆਪਣੇ ਗਾਹਕਾਂ ਦੇ ਨਾਲ, ਪਰ ਜਦੋਂ ਸੋਨੇ ਨੂੰ ਉਹ ਢਲਦਾ ਪਿਆ ਹੋਵੇ ਤਾਂ ਕਦੀ ਵੀ ਵੇਖੋ ਉਹਦਾ ਧਿਆਨ ਹਮੇਸ਼ਾ ਉਹਦੇ ਵੱਲ ਹੀ ਹੋਵੇਗਾ, ਧਿਆਨ ਉਹਦੇ ਤੋਂ ਪਰੇ ਨਹੀਂ ਜਾਂਦਾ ਉਹਦਾ। ਗੁਰਦੁਆਰੇ ਵਿੱਚ ਵਿਚਰਦੇ ਪਏ ਹਾਂ, ਕਿਤੇ ਵੀ ਅੱਖਾਂ ਚਲੀਆਂ ਜਾਂਦੀਆਂ ਨੇ। ਮੈਂ ਇੱਥੋਂ ਤੱਕ ਕਹਿ ਦੇਵਾਂ, ਹੋ ਸਕਦਾ ਹੈ ਕਈ ਨਹੀਂ ਇਹਨੂੰ ਖੁੱਲ੍ਹ ਦਿੰਦੇ ਵੀ ਅੱਖਾਂ ਵੀ ਨਹੀਂ ਹਿੱਲਣੀਆਂ ਚਾਹੀਦੀਆਂ, ਚਲੋ ਮੌਜ ਹੈ। ਮੈਂ ਕਹਿੰਦਾ ਵੀ ਅੱਖਾਂ ਵੀ ਹਿਲਦੀਆਂ ਫਿਰਨ, ਕੰਨ ਕਿਉਂ ਮਾਈਨਸ ਹੋ ਜਾਣ ਗੁਰਦੁਆਰੇ ਦੇ ਵਿੱਚੋਂ? ਸਾਡੀ ਸੁਰਤ ਹੋਣੀ ਚਾਹੀਦੀ ਹੈ ਕਿ ਕਿਆ ਕੀ ਜਾ ਰਿਹਾ ਹੈ। ਸ਼ਬਦ ਸੁਰਤ, ਸਾਡੇ ਕੋਲ ਸੁਰਤ ਹੋਣੀ ਚਾਹੀਦੀ ਹੈ। ਸ਼ਬਦ ਗੁਰੂ ਦੇ ਕੋਲ ਹੈ। ਜੇ ਸਾਡੇ ਕੋਲ ਸੁਰਤ ਹੀ ਨਹੀਂ ਹੈ ਤਾਂ ਫਿਰ ਜਿੰਨਾ ਮਰਜ਼ੀ ਜ਼ੋਰ ਲਾਈ ਜਾਵੇ ਸਤਿਗੁਰੂ, ਕਿਉਂਕਿ ਸ਼ਬਦ ਜਦੋਂ ਵੀ ਫੜਿਆ ਜਾਵੇਗਾ ਸੁਰਤ ਦੇ ਨਾਲ ਹੀ ਫੜਿਆ ਜਾਵੇਗਾ। ਆਪਾਂ ਕਈ ਵਾਰ ਇਸ ਗੱਲ ਨੂੰ ਕਹਿੰਦੇ ਹੁੰਦੇ ਆ ਨਾ ਕਿ ਵੇਖੋ, ਜੇਕਰ ਕਿਸੇ ਵੇਲੇ ਆਪਾਂ ਗੱਲ ਬੋਲ ਵੀ ਦਿੰਦੇ ਹਾਂ, ਅਗਲਾ ਬੰਦਾ ਸੁਣ ਵੀ ਲੈਂਦਾ ਹੈ। ਤੁਸੀਂ ਵੀ ਗੱਲ ਬੋਲੀ, ਮੈਂ ਸੁਣ ਵੀ ਲਈ, ਤੇ ਉਸੇ ਵੇਲੇ ਕੀ ਕਹਿ ਦਿੱਤਾ? ਦੁਬਾਰਾ ਦੱਸੀ ਮੈਂ ਸੁਣਿਆ ਨਹੀਂ। ਸੁਣਿਆ ਤੇ ਹੈ ਸੀ, ਪਰ ਧਿਆਨ ਨੇ ਨਹੀਂ ਸੁਣਿਆ। ਕੰਨਾਂ ਦਾ ਵਿਸ਼ਾ ਹੀ ਨਹੀਂ ਹੈ, ਕੰਨਾਂ ਤੋਂ ਅੱਗੇ ਵਿਸ਼ਾ ਹੈ ਧਿਆਨ ਦਾ। ਇੱਦਾਂ ਮੈਂ ਕੋਈ ਗੱਲ ਬੋਲ ਜਾਵਾਂ ਤੇ ਫਿਰ ਕੀ ਹੈ, ਗੱਲ ਨਿਕਲ ਗਈ ਵੀ ਕਿਹੜੀ ਗੱਲ ਬੋਲੀ ਗਈ ਸੀ, ਕਿਉਂਕਿ ਧਿਆਨ ਕਿਸੇ ਪਾਸੇ ਬਾਹਰ ਚਲਾ ਗਿਆ। ਇਹ ਕਿਸੇ ਦਾ ਵੀ ਜਾ ਸਕਦਾ ਹੈ। ਸਾਡੇ ਕੋਲ ਸੁਰਤ ਹੋਣੀ ਚਾਹੀਦੀ ਹੈ। ਸੁਰਤ ਨਹੀਂ ਹੈ ਤੇ ਅਸੀਂ ਸ਼ਬਦ ਨੂੰ ਫੜ ਹੀ ਨਹੀਂ ਸਕਦੇ। ਸ਼ਬਦ ਨੂੰ ਕੱਲੀਆਂ ਅੱਖਾਂ ਨਹੀਂ ਫੜ ਸਕਦੀਆਂ, ਅੱਖਾਂ ਤੇ ਜਾਨਵਰਾਂ ਦੀਆਂ ਵੀ ਨੇ, ਫਿਰ ਸਾਰੇ ਸ਼ਬਦ ਉਹ ਵੇਖ ਸਕਦੇ ਨੇ। ਸੁਰਤ ਦਾ ਸੰਬੰਧ ਹੈ ਸ਼ਬਦ ਨੂੰ ਫੜਨ ਦੇ ਨਾਲ। ਸਾਡੀ ਸੁਰਤ ਪਿੱਛੇ ਜਾਗਣੀ ਚਾਹੀਦੀ ਹੈ। ਗੁਰੂ ਦੇ ਕੋਲ ਸ਼ਬਦ ਹੈ, ਸਾਡੇ ਕੋਲ ਸੁਰਤ ਹੈ, ਤੇ ਉਹਨਾਂ ਦੋਵਾਂ ਚੀਜ਼ਾਂ ਦੀ ਸੰਧੀ ਹੁੰਦੀ ਹੈ। ਇਹਨਾਂ ਦੋਵਾਂ ਚੀਜ਼ਾਂ ਦਾ ਮਿਲਾਪ ਹੁੰਦਾ ਹੈ। ਫਿਰ ਕਹਿ ਦੇਵਾਂ, ਭਾਵੇਂ ਤੁਸੀਂ 15 ਮਿੰਟ ਲਈ ਬੈਠਦੇ ਜੇ ਤੇ ਭਾਵੇਂ ਤੁਸੀਂ 50 ਮਿੰਟ ਲਈ ਬੈਠਦੇ ਜੇ, ਇਸ ਸੰਗਤ ਦੇ ਵਿੱਚ ਬੈਠ ਕੇ ਇਸ ਗੱਲ ਦੀ ਪ੍ਰੈਕਟਿਸ ਕਰਿਆ ਕਰੋ ਵੀ ਮੇਰਾ ਕਿੰਨਾ ਸਮਾਂ ਜਿਹੜਾ ਸੀ ਉਹ ਗੁਰਦੁਆਰੇ ਦੇ ਵਿੱਚ ਬੈਠਿਆਂ ਸ਼ਬਦ ਦੇ ਵੱਲ ਗਿਆ ਹੈ। ਇਹ ਪ੍ਰੈਕਟਿਸ ਹੈ ਤੁਹਾਡੀ। ਇਹਨੂੰ ਕਹਿ ਲਓ ਵੀ ਇਹੋ ਹੀ ਹੋਮਵਰਕ ਹੈ ਤੇ ਇਹੋ ਹੀ ਕਲਾਸ ਵਰਕ ਹੈ ਸਾਡਾ। ਮੈਂ ਕਿੰਨਾ ਕੁ ਸ਼ਬਦ ਦੇ ਵੱਲ ਧਿਆਨ ਦਿੰਦਾ। ਇੱਥੇ ਬੜੀਆਂ ਸਹੂਲਤਾਂ ਨੇ ਸਾਨੂੰ ਮਿਲੀਆਂ ਹੋਈਆਂ। ਸ਼ਬਦ ਸੁਰਤ ਸਤ ਸੰਗ ਮਿਲ, ਗੁਰ ਚੇਲੇ ਦੀ ਸੰਧ ਮਿਲਾਏ। ਅਸੀਂ ਸਾਰੇ ਚੇਲੇ ਆ ਨਾ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਪਰ ਹੁਣ ਸਾਡਾ ਗੁਰੂ ਦੇ ਨਾਲ ਮਿਲਾਪ ਕਿੱਦਾਂ ਹੋਵੇ? ਇੱਕ ਤੇ ਮਿਲਾਪ ਅਸੀਂ ਆਹ ਕਰ ਲਿਆ ਵੀ ਚਲੋ ਘਰੋਂ ਉੱਠ ਕੇ ਗੁਰਦੁਆਰੇ ਆ ਗਏ ਆ, ਮੱਥਾ ਟੇਕ ਲਿਆ ਹੈ, ਇਹ ਤੇ ਸਾਰਿਆਂ ਦਾ ਸਾਂਝਾ ਹੈ। ਪਰ ਅੱਗੇ ਸ਼ਬਦ ਦੀ ਕਿੰਨੂੰ ਕਿੰਨੀ ਕੁ ਸਮਝ ਆ ਰਹੀ ਹੈ? ਸ਼ਬਦ ਦੇ ਨਾਲ ਕਿਹੜਾ ਬੰਦਾ ਕਿੰਨਾ ਕੁ ਜੁੜਦਾ ਹੈ ਤੇ ਕਿਹੜਾ ਬੰਦਾ ਵਾਕਿਆ ਹੀ ਸ਼ਬਦ ਦੇ ਵੱਲ ਧਿਆਨ ਦੇਣ ਲਈ ਬੈਠਾ ਹੋਇਆ ਹੈ? ਤੇ ਤੁਸੀਂ ਆਲੇ ਦੁਆਲੇ ਆਪਣੇ ਧਿਆਨ ਮਾਰ ਕੇ ਵੇਖ ਲੈਣਾ, ਬਹੁਤਿਆਂ ਦਾ ਤੇ ਮਸਲਾ ਹੁੰਦਾ ਹੀ ਨਹੀਂ ਵੀ ਅਸੀਂ ਸ਼ਬਦ ਦੇ ਵੱਲ ਧਿਆਨ ਦੇਣਾ ਹੈ ਵੀ ਉੱਥੇ ਬੋਲਿਆ ਕੀ ਜਾ ਰਿਹਾ। ਜਿੱਦਾਂ ਅਕਸਰ ਕਹਿੰਦੇ ਹੁੰਦੇ ਵੀ ਧਾਰਮਿਕ ਸਥਾਨਾਂ ਤੇ ਲੋਕ ਜਾਂਦੇ ਨੇ
ਤੇ ਲੋਕੀ ਬਾਬਿਆਂ ਦੇ ਕੱਪੜੇ ਵੇਖ ਕੇ ਮੁੜ ਆਉਂਦੇ ਨੇ, ਬਾਬਿਆਂ ਦੀਆਂ ਗੱਡੀਆਂ ਹੀ ਵੇਖ ਕੇ ਮੁੜ ਆਉਂਦੇ ਨੇ। ਐਦਾਂ ਕੋਈ ਗੁਰਦੁਆਰੇ ਆਵੇ, ਰੁਮਾਲਾ ਸਾਹਿਬ ਵੇਖ ਕੇ ਮੁੜ ਜਾਵੇ, ਝੂਮਰ ਵੇਖ ਕੇ ਮੁੜ ਜਾਵੇ ਵੀ ਵਾਹ ਬੜੇ ਕਮਾਲ ਦੇ ਲੱਗੇ ਨੇ, ਚਾਦਰਾਂ ਵੇਖ ਕੇ ਮੁੜ ਜਾਵੇ ਵੀ ਨਵੀਆਂ ਵਿਛੀਆਂ ਤੇ ਅੱਜ ਉਹ ਨਹੀਂ ਵਿਛੀਆਂ। ਇਹ ਕੀ ਹੁੰਦਾ ਹੈ? ਇਹਨੂੰ ਕਹਿੰਦੇ ਨੇ ਸੁਰਤ ਦਾ ਇੱਥੇ ਮੌਜੂਦ ਨਾ ਹੋਣਾ। ਸਾਡੀ ਸੁਰਤ ਕਾਇਮ ਹੋਣੀ ਚਾਹੀਦੀ ਹੈ। ਇਹ ਸ਼ੁਰੂ ਤੋਂ ਲੈ ਕੇ ਆਖਰੀ ਪ੍ਰੈਕਟਿਸ ਗੁਰਮਤਿ ਦੀ ਇਹੀ ਹੈ। ਜਿਹਦੀ ਜਿੰਨੀ ਸੁਰਤ ਪੱਕ ਗਈ ਹੈ ਉਹ ਓਨਾ ਹੀ ਗੁਰੂ ਘਰ ਦੇ ਨੇੜੇ ਹੈ, ਜਿਹਦੀ ਜਿੰਨੀ ਸੁਰਤ ਖਿੰਡਦੀ ਹੈ ਉਹ ਨਹੀਂ ਹੈ ਨੇੜੇ ਗੁਰੂ ਘਰ ਦੇ। ਪਾਠ ਜਿੰਨੇ ਮਰਜ਼ੀ ਕਰੀ ਜਾਂਦਾ ਹੈ। ਮੈਂ ਇਹ ਵੀ ਕਹਿ ਦੇਵਾਂ, ਸ਼ਬਦ ਸੁਰਤ ਸਤ ਸੰਗ ਮਿਲ, ਗੁਰ ਚੇਲੇ ਦੀ ਸੰਧ ਮਿਲਾਏ। ਗੁਰੂ ਤੇ ਚੇਲੇ ਦੀ ਸਾਡੀ ਸੰਧੀ ਮਿਲਦੀ ਹੈ, ਇੱਥੇ ਸੰਬੰਧ ਜੁੜਦਾ ਹੈ। ਫਿਰ ਨਾਲ ਕੀ ਹੈ? ਚਾਰ ਵਰਨ ਗੁਰ ਸਿੱਖ ਹੋਏ, ਸਾਧ ਸੰਗਤ ਸੱਚਖੰਡ ਵਸਾਏ। ਇੱਥੇ ਭਾਈ ਕਿਸੇ ਨੂੰ ਰੋਕ ਨਹੀਂ ਹੈ ਵੀ ਕੌਣ ਆ ਸਕਦਾ ਤੇ ਕੌਣ ਨਹੀਂ ਆ ਸਕਦਾ। ਇੱਥੇ ਸਾਰੇ ਹੀ ਆ ਸਕਦੇ ਨੇ, ਆਪਾਂ ਕਿਸੇ ਨੂੰ ਨਹੀਂ ਰੋਕਿਆ। ਉਹ ਤੁਹਾਡੇ ਸਾਹਮਣੇ ਪ੍ਰੈਕਟੀਕਲ ਹੋ ਰਿਹਾ। ਵੀਰ ਪਹਿਲੀ ਵਾਰ ਆਇਆ, ਤੂੰ ਵੇਖਦਾ ਪਿਆ ਵੀ ਕਿਦਾਂ ਕੀ ਕਰਦੇ ਪਏ ਨੇ ਲੋਕ। ਚਲੋ ਕੋਈ ਨਹੀਂ, ਦੱਸਾਂਗੇ ਅੱਗੇ। ਨਾ ਤੁਸੀਂ ਨਾ ਹੀ ਧਿਆਨ ਦਿਓ ਪਿੱਛੇ, ਇੱਧਰ ਹੀ ਧਿਆਨ ਰੱਖਿਓ। ਚਾਰ ਵਰਨ ਗੁਰ ਸਿੱਖ ਹੋਏ, ਚਾਰਾਂ ਵਰਨਾਂ ਦੇ ਲੋਕ ਇੱਥੇ ਆ ਸਕਦੇ ਨੇ, ਕਿਸੇ ਨੂੰ ਰੋਕ ਨਹੀਂ। ਕਈਆਂ ਨੇ ਧਾਰਮਿਕ ਸਥਾਨ ਇੱਦਾਂ ਦੇ ਬਣਾਏ ਨੇ, ਉਹ ਕਹਿੰਦੇ ਇੱਥੇ ਐਂਟਰੀ ਤੇ ਹੋ ਸਕਦੀ ਪਰ ਸਾਰਿਆਂ ਦੀ ਨਹੀਂ ਹੋ ਸਕਦੀ। ਕਿਤੇ ਬੀਬੀਆਂ ਨਹੀਂ ਜਾ ਸਕਦੀਆਂ, ਕਿਤੇ ਦੂਜੇ ਵਰਣ ਵਾਲੇ ਲੋਕ ਨਹੀਂ ਜਾ ਸਕਦੇ। ਸੰਗਤ ਦੇ ਵਿੱਚ ਇੱਦਾਂ ਦਾ ਕੁਝ ਵੀ ਨਹੀਂ, ਕੋਈ ਵੀ ਆਵੇ। ਫਿਰ ਕੀ ਹੈ? ਸਾਧ ਸੰਗਤ ਸੱਚਖੰਡ ਵਸਾਏ। ਚਾਰੇ ਵਰਨਾਂ ਦੇ ਲੋਕ ਸੰਗਤ ਦੇ ਵਿੱਚ ਆ ਕੇ ਵਸਦੇ ਹਨ। ਆਪ ਗਵਾਏ ਤੰਬੂਲ ਰਸ, ਖਾਏ ਚਬਾਏ ਸੋ ਰੰਗ ਚੜਾਏ। ਇਹ ਉਦਾਹਰਨ ਜਿਹੜੀ ਹੈ ਨਾ, ਉਹ ਪਾਨ ਦੀ ਦਿੱਤੀ ਹੋਈ ਹੈ। ਉਦਾਹਰਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਉਦਾਹਰਨ ਨੂੰ ਫੜ ਕੇ ਬੈਠ ਜਾਣਾ ਹੁੰਦਾ ਹੈ। ਉਦਾਹਰਨ ਸਮਝ ਲਓ ਵੀ ਇੱਕ ਪੌੜੀ ਹੈ। ਜਿੱਦਾਂ ਅਸੀਂ ਗੁਰਦੁਆਰੇ ਆਏ ਹਾਂ ਤੇ ਪੌੜੀਆਂ ਚੜ੍ਹ ਕੇ ਆਏ ਹਾਂ। ਕੋਈ ਲਿਫਟ ਲੈ ਕੇ ਆ ਜਾਵੇ, ਕੋਈ ਪੌੜੀਆਂ ਲੈ ਕੇ ਚੜ੍ਹ ਕੇ ਆ ਜਾਵੇ। ਮੇਨ ਗੱਲ ਇਹ ਸੀ ਵੀ ਇੱਥੇ ਪਹੁੰਚਣਾ ਹੈ। ਉਦਾਹਰਨ ਦਾ ਮਤਲਬ ਹੁੰਦਾ ਸਿਰਫ ਸਮਝਣਾ, ਉਦਾਹਰਨ ਦੇ ਨਾਲ ਜੁੜਨਾ ਨਹੀਂ ਹੁੰਦਾ। ਉਹ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਵੀ ਜਿੱਦਾਂ ਪਾਨ ਜਿਹੜਾ ਹੁੰਦਾ ਹੈ ਉਹਦੇ ਵਿੱਚ ਚਾਰ ਚੀਜ਼ਾਂ ਮਿਲਦੀਆਂ ਨੇ, ਪਰ ਜਦੋਂ ਉਹ ਇਕੱਠੀਆਂ ਕਰ ਦਿੱਤੀਆਂ ਜਾਂਦੀਆਂ ਨੇ ਫਿਰ ਇੱਕੋ ਲਾਲ ਰੰਗ ਹੋ ਜਾਂਦਾ ਹੈ। ਕੋਈ ਕਿਤਿਓਂ ਆ ਰਿਹਾ ਹੈ, ਕਿੱਥੋਂ ਆ ਰਿਹਾ ਹੈ, ਕਿਵੇਂ ਦਾ ਹੈ, ਕੀ ਨਹੀਂ ਹੈ। ਜਦੋਂ ਇੱਥੇ ਆ ਗਏ ਸਾਰੇ ਭਰਾ ਬਣ ਕੇ ਬੈਠ ਗਏ। ਇਹ ਸੰਗਤ ਦਾ ਨਿਯਮ ਹੈ। ਆਪ ਗਵਾਏ ਤੰਬੂਲ ਰਸ, ਖਾਏ ਚਬਾਏ ਸੋ ਰੰਗ ਚੜਾਏ। ਛੇ ਦਰਸ਼ਨ ਤਰਸਨ ਖੜੇ, 12 ਪੰਥ ਗ੍ਰੰਥ ਸੁਣਾਏ। ਜਿੰਨੀਆਂ ਮਰਜ਼ੀ ਇੱਦਾਂ ਕਹਿ ਲਓ ਵੀ ਕਿਤਾਬਾਂ ਹੋਣ, ਜਿੰਨੇ ਮਰਜ਼ੀ ਗ੍ਰੰਥ ਹੋਣ, ਚਾਹੇ ਉਹ 6 ਸ਼ਾਸਤਰੀ ਹੀ ਹੋਣ, ਚਾਹੇ ਜੋਗੀਆਂ ਦੇ 12 ਰਸਤੇ ਹੋਣ, ਜਿਹੜੇ ਸਾਨੂੰ ਯੂਨਾਈਟ ਨਹੀਂ ਕਰਦੇ, ਜਿਹੜੇ ਸਾਨੂੰ ਇੱਕ ਨਹੀਂ ਬਣਾਉਂਦੇ। ਉਹ ਮੇਰੇ ਵਰਗੇ ਪ੍ਰਚਾਰਕ ਵੀ ਇਹਦੇ ਵਿੱਚ ਆ ਜਾਂਦੇ ਨੇ, ਜਿਹੜੇ ਵਿਤਕਰਾ ਕਰਦੇ ਨੇ ਵੀ ਉਹ ਚੰਗਾ ਤੇ ਆਹ ਚੰਗਾ ਨਹੀਂ ਹੈ। ਨਹੀਂ, ਜਿਹੜੇ ਬੰਦੇ ਸਾਨੂੰ ਇਹ ਨਹੀਂ ਸਿਖਾ ਸਕਦੇ, ਜਾਂ ਜਿਹੜੀਆਂ ਕਿਤਾਬਾਂ ਸਾਨੂੰ ਇਹ ਨਹੀਂ ਸਿਖਾ ਸਕਦੀਆਂ ਵੀ ਮਨੁੱਖਤਾ ਇੱਕ ਹੈ, ਹਿਊਮੈਨਿਟੀ ਜਿਹੜੀ ਹੈ ਉਹਨੂੰ ਸਾਰਿਆਂ ਨੂੰ ਬਰਾਬਰ ਜਾਣ ਕੇ ਤੇ ਸਾਰਿਆਂ ਦਾ ਸਤਿਕਾਰ ਕਰੋ। ਜਿਹੜੀਆਂ ਚੀਜ਼ਾਂ ਇਹ ਨਹੀਂ ਨਾ ਸਿਖਾ ਸਕਦੀਆਂ, ਉਹ ਸਮਝ ਲਓ ਉਹ ਗੁਰੂ ਘਰ ਦੇ ਦਰਵਾਜ਼ੇ ਦੇ ਉੱਤੇ ਤਰਸਦੀਆਂ ਫਿਰਦੀਆਂ ਨੇ। ਤਰਸਣ ਦਾ ਮਤਲਬ ਕੀ ਹੈ? ਵੀ ਉਹਨਾਂ ਨੂੰ ਇੱਥੇ ਐਂਟਰੀ ਨਹੀਂ ਹੈ। ਗੁਰੂ ਘਰ ਦੇ ਵਿੱਚ ਹਰ ਇੱਕ ਜਾਣਾ ਆ ਸਕਦਾ ਹੈ, ਕੋਈ ਰੋਕ ਨਹੀਂ ਹੈ। ਪਰ ਜਿਹੜਾ ਬੰਦਾ ਵਿਤਕਰੇਬਾਜ਼ੀਆਂ ਕਰਦਾ ਹੈ ਗੁਰੂ ਘਰ ਦੇ ਵਿੱਚ, ਵੀ ਮੈਂ ਚੰਗਾ ਤੇ ਦੂਜੇ ਮੇਰੇ ਤੋਂ ਬੁਰੇ, ਮੈਂ ਠੀਕ ਤੇ ਦੂਜੇ ਨੀਵੀਂ ਜਾਤੀ ਵਾਲੇ, ਮੈਂ ਉਹ ਤੇ ਦੂਜੇ ਅਨਪੜ੍ਹ ਤੁਰੇ ਫਿਰਦੇ ਨੇ, ਇਹੋ ਜਿਹੇ ਬੰਦਾ ਜਿਹੜਾ ਵਿਤਕਰੇ ਕਰਦਾ ਹੈ ਕਿਸੇ ਵੀ ਰੂਪ ਦੇ ਵਿੱਚ, ਉਹ ਬੰਦਾ ਗੁਰੂ ਘਰ ਦੇ ਵਿੱਚ ਨਹੀਂ ਆ ਸਕਦਾ। ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਦਰਵਾਜ਼ੇ ਦੇ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ। ਆ ਜਾਵੇ ਦਰਵਾਜ਼ੇ ਦੇ ਅੰਦਰ, ਪਰ ਉਹ ਆ ਕੇ ਵੀ ਇੱਥੇ ਨਹੀਂ ਆਇਆ ਹੋਵੇਗਾ, ਕਿਉਂਕਿ ਉਹਨੂੰ ਪਤਾ ਹੀ ਨਹੀਂ। ਉਹ ਤਰਸਦਾ ਹੈ ਬੰਦਾ ਬਾਹਰ ਖੜਾ ਹੋਇਆ। ਇੱਦਾਂ ਭਾਈ ਗੁਰਦਾਸ ਸਾਹਿਬ ਕਹਿੰਦੇ 6 ਦਰਸ਼ਨ ਤਰਸਨ ਖੜੇ, 12 ਪੰਥ ਗ੍ਰੰਥ ਸੁਣਾਏ। 6 ਰੁੱਤ 12 ਮਾਹ ਕਰ ਇੱਕ ਇੱਕ ਸੂਰਜ ਚੰਦ ਦਿਖਾਏ। ਕਹਿੰਦੇ ਵੀ 6 ਰੁੱਤਾਂ ਨੇ ਸਾਡੇ ਦੇਸ਼ ਦੇ ਵਿੱਚ ਮੁੱਖ ਤੌਰ ਦੇ ਉੱਤੇ। ਜਿੱਦਾਂ ਗਰਮੀ ਹੈ, ਸਰਦੀ ਹੈ, ਵਰਖਾ ਦੀ ਰੁੱਤ ਹੈ, ਪਤਝੜ ਦੀ ਰੁੱਤ ਹੈ। ਇੱਦਾਂ 6 ਰੁੱਤਾਂ ਨੇ ਸਾਡੇ, 12 ਮਹੀਨੇ ਨੇ। ਇਹਨਾਂ 12 ਮਹੀਨਿਆਂ ਦੇ ਪਿੱਛੇ ਤੇ 6 ਰੁੱਤਾਂ ਦੇ ਪਿੱਛੇ ਇੱਕ ਚੀਜ਼ ਕੰਮ ਕਰਦੀ ਪਈ ਹੈ। ਸੂਰਜ ਕੰਮ ਕਰਦਾ ਪਿਆ ਹੈ। ਸੂਰਜ ਇੱਕੋ, ਰੁੱਤ ਅਨੇਕ। ਚੰਦਰਮਾ ਵੀ ਸਾਡਾ ਇੱਕ ਤੇ ਸੂਰਜ ਵੀ ਸਾਡਾ ਇੱਕ, ਜੋ ਸਾਡੇ ਸਿਸਟਮ ਦੇ ਵਿੱਚ ਹੈ। ਹੁਣ ਇੱਥੇ ਕੀ ਹੁੰਦਾ ਵੀ ਬਾਹਰੋਂ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਮਹੀਨੇ ਬਦਲਦੇ ਰਹਿੰਦੇ ਨੇ, ਤੇ ਕੀ ਹੁੰਦਾ ਹੈ ਜੀ, ਸੂਰਜ ਤੇ ਚੰਦਰਮਾ ਉਹ ਇੱਕ ਹੀ ਰਹਿੰਦਾ ਹੈ, ਉਹ ਨਹੀਂ ਬਦਲਦਾ। ਇੱਥੇ ਹੁਣ ਕੀ ਸਿੱਖਣਾ ਹੈ? ਮੇਰੇ ਵਰਗੇ ਆ ਕੇ
ਅੱਜ ਮੈਂ ਹਾਂ, ਕੱਲ ਨੂੰ ਕੋਈ ਹੋਰ ਹੋਵੇਗਾ। ਅੱਜ ਅਸੀਂ ਇੰਨੇ ਬੈਠੇ ਹਾਂ, ਕੱਲ ਨੂੰ ਸਾਡੀ ਥਾਂ ਤੇ ਕੋਈ ਹੋਰ ਬੈਠਾ ਹੋਵੇਗਾ। ਜਿੱਦਾਂ ਰੁੱਤ ਬਦਲਦੀ ਹੈ, ਇੱਦਾਂ ਬੰਦੇ ਬਦਲਦੇ ਨੇ। ਤੇ ਮਹਾਰਾਜ ਤੋਂ ਡਰ ਕੇ ਕਹਿੰਦਾ ਹਾਂ, 5 ਸਾਲਾਂ ਦੇ ਵਿੱਚ ਸਾਹਮਣੇ ਬੈਠਣ ਵਾਲੇ ਕਈ ਬੰਦੇ ਬਦਲ ਗਏ। ਗਿਆਨੀ ਤਰਜੀਤ ਸਿੰਘ ਕਹਿੰਦੇ ਹੁੰਦੇ ਵੀ ਜੇ ਜ਼ਿੰਦਗੀ ਵੇਖਣੀ ਹੋਵੇ ਨਾ, ਤੇ ਆਪਣੇ ਵਿਆਹ ਦੀ ਐਲਬਮ ਕੱਢ ਕੇ ਵੇਖਿਓ, ਤੁਹਾਨੂੰ ਪਤਾ ਲੱਗੇਗਾ ਵੀ ਜ਼ਿੰਦਗੀ ਕਿੱਦਾਂ ਨਿਕਲਦੀ ਹੈ, ਕੌਣ ਹੁੰਦਾ ਤੇ ਕੌਣ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ। ਇਸ ਕਰਕੇ ਜਿੱਦਾਂ ਰੁੱਤਾਂ ਬਦਲਦੀਆਂ ਨੇ, ਬੰਦੇ ਵੀ ਬਦਲ ਜਾਂਦੇ ਨੇ। ਤੁਹਾਡੇ ਵਹਿੰਦਿਆਂ ਵਹਿੰਦਿਆਂ ਵੇਖੋ, ਸੰਗਤ ਦੇ ਵਿੱਚ ਨਵੇਂ ਬੰਦੇ ਆਉਣੇ ਸ਼ੁਰੂ ਹੋ ਜਾਂਦੇ ਨੇ, ਪੁਰਾਣੇ ਹਟ ਜਾਂਦੇ ਨੇ। ਇਹ ਰੁੱਤਾਂ ਬਦਲਦੀਆਂ ਨੇ। 6 ਰੁੱਤ 12 ਮਾਹ ਕਰ ਬਾਸ ਕਰ, ਇੱਕ ਸੂਰਜ ਇੱਕ ਸੂਰਜ ਚੰਦ ਦਿਖਾਏ। ਗੁਰੂ ਤੇ ਉਹੀ ਰਹਿੰਦਾ ਹੈ ਨਾ, ਸੰਗਤ ਬਦਲਦੀ ਰਹਿ ਗਈ। ਪਰ ਹੁਣ ਕੀ ਹੈ? 12 16 ਮੇਲ ਕੈ, ਸਸੀਅਰ ਅੰਦਰ ਸੂਰ ਸਮਾਏ। ਇੱਥੇ ਥੋੜਾ ਜਿਹਾ ਗੁਰਮਤ ਵਾਲਾ ਪਾਸਾ ਹੈ, ਉਹ ਪਿਛੇ ਸਾਰੀਆਂ ਉਦਾਹਰਨਾਂ ਨੇ। ਸੂਰਜ ਦਾ ਸੰਬੰਧ ਹੁੰਦਾ ਹੈ 12 ਰਾਸ਼ੀਆਂ ਦੇ ਨਾਲ। ਇਹ ਰਾਸ਼ੀ ਦੀ ਪੂਜਾ ਨਹੀਂ ਹੈ ਵੀ ਰਾਸ਼ੀਆਂ ਨੂੰ ਮੰਨਣਾ ਹੈ, ਜਸਟ ਇੱਕ ਇਨਫੋਰਮੇਸ਼ਨ ਹੈ ਵੀ ਜਦੋਂ ਸੂਰਜ ਆਪਣੀ ਰਾਸ਼ੀ ਬਦਲਦਾ ਹੈ, ਮਹੀਨਾ ਬਦਲ ਜਾਂਦਾ ਹੈ। ਸੂਰਜ ਦਾ ਸੰਬੰਧ ਸੰਗਰਾਂਦ ਦੇ ਨਾਲ ਹੁੰਦਾ ਹੈ। ਚੰਦਰਮਾ ਦੀਆਂ 16 ਕਲਾ ਹੁੰਦੀਆਂ ਨੇ। 12 ਤੇ 16 ਇਹ ਦੋਵੇਂ ਸ਼ਬਦ ਆਏ ਨੇ। 12 ਦਾ ਮਤਲਬ ਹੋ ਗਿਆ ਸੂਰਜ, 16 ਦਾ ਮਤਲਬ ਹੋ ਗਿਆ ਚੰਦਰਮਾ। ਮੇਲ ਕੇ ਇਹਨਾਂ ਦੋਵਾਂ ਨੂੰ ਮਿਲਾ ਦੇਣਾ ਹੈ। ਹੁਣ ਵੈਸੇ ਹੀ ਇਹਨਾਂ ਦੀ ਦੂਰੀ ਇੰਨੀ ਜ਼ਿਆਦਾ ਹੈ ਵੀ ਇਹ ਮਿਲ ਹੀ ਨਹੀਂ ਸਕਦੇ। ਇੱਕ ਜਿਹੜਾ ਹੈ ਉਹ ਠੰਡ ਦਾ ਪ੍ਰਤੀਕ ਹੈ। ਚੰਦਰਮਾ ਜਿਹੜਾ ਹੈ ਨਾ, ਉਹਨੂੰ ਕਾਵਿ ਸ਼ਾਸਤਰ ਦੇ ਵਿੱਚ ਸਿੰਬਲ ਮੰਨਿਆ ਜਾਂਦਾ ਹੈ ਸ਼ਾਂਤੀ ਦਾ। ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਚੰਦਰਮਾ। ਤੇ ਸੂਰਜ ਜਿਹੜਾ ਹੈ ਉਹ ਗਰਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤੁਸੀਂ ਵੇਖ ਲਓ, ਸੂਰਜ ਦੀ ਤਪਸ਼ ਤੇ ਚੰਦਰਮਾ ਦੀ ਸ਼ਾਂਤੀ, ਕਿੰਨੀ ਵਾਰ ਉਦਾਹਰਨਾਂ ਆਈਆਂ। ਹੁਣ ਇੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ 12 16 ਮੇਲ ਕੈ, ਸਸੀਅਰ ਅੰਦਰ ਸੂਰ ਸਮਾਏ। ਸਸੀਅਰ ਦਾ ਮਤਲਬ ਹੈ ਚੰਦਰਮਾ, ਸੂਰ ਦਾ ਮਤਲਬ ਹੈ ਸੂਰਜ। ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ, ਉਹ ਸੂਰਜ ਦੇ ਕੋਲੋਂ ਉਧਾਰੀ ਰੋਸ਼ਨੀ ਲੈਂਦਾ ਹੈ। ਹੁਣ ਇਹਦਾ ਮਤਲਬ ਇਹ ਇੱਥੇ ਕੀ ਹੈ? ਸਾਡੇ ਅੰਦਰ ਸੂਰਜ ਤੇ ਚੰਦ ਇੱਕੋ ਵੇਲੇ ਇਕੱਠੇ ਹੋਣੇ ਚਾਹੀਦੇ ਨੇ। ਇਹ ਕੋਈ ਇਦਾਂ ਦੀ ਖੇਡ ਵੀ ਨਹੀਂ ਹੈ ਵੀ ਜਿੱਦਾਂ ਕਹਿ ਲਈਏ ਵੀ ਬੜੀਆਂ ਲੰਮੀਆਂ ਸਮਾਧੀਆਂ ਲਾ ਕੇ ਆਉਣੀਆਂ। ਨਹੀਂ, ਇਹ ਪ੍ਰੈਕਟਿਸ ਦੀ ਖੇਡ ਹੈ। ਪ੍ਰੈਕਟਿਸ ਕਰਕੇ ਆਪਣੇ ਅੰਦਰ ਇਹ ਚੀਜ਼ਾਂ ਲੈ ਕੇ ਆਉਣੀਆਂ ਨੇ। ਸੂਰਜ ਕੀ ਹੈ? ਸੂਰਜ ਹੈ ਗੁਰੂ ਦੇ ਸ਼ਬਦ ਦੀ ਜਾਣਕਾਰੀ। ਸੂਰਜ ਹੈ ਜੋ ਸਾਨੂੰ ਇਨਫੋਰਮੇਸ਼ਨ ਮਿਲ ਗਈ ਹੈ। ਜਿੰਨਾ ਵੀ ਮੇਰੇ ਪੱਲੇ ਗਿਆਨ ਹੈ, ਜਿੰਨੀ ਵੀ ਮੇਰੇ ਪੱਲੇ ਜਾਣਕਾਰੀ ਹੈ, ਜਿੰਨੀਆਂ ਵੀ ਗੁਰਮਤਿ ਦੀਆਂ ਗੱਲਾਂ ਮੈਨੂੰ ਪਤਾ ਨੇ, ਇਹ ਸਾਰਾ ਕੀ ਹੈ? ਮੇਰੇ ਅੰਦਰ ਗਿਆਨ ਦਾ ਸੂਰਜ ਚੜਿਆ ਹੋਇਆ ਹੈ। ਇੱਕ ਤੇ ਉਹ ਬੰਦੇ ਨੇ ਨਾ, ਮਰਦ ਕਹਿੰਦੇ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ, ਵੀ ਜਿਹੜੇ ਗੁਣਾਂ ਤੋਂ ਬਿਨਾਂ ਹੀ ਹੰਕਾਰ ਕਰੀ ਜਾਂਦੇ ਨੇ, ਸਭ ਤੋਂ ਵੱਡੇ ਗਧੇ ਬੰਦੇ ਨੇ ਉਹ। ਕੀ? ਕਿਉਂਕਿ ਕਾਰਨ ਕੀ ਹੈ? ਪੱਲੇ ਕੁਝ ਨਹੀਂ ਤੇ ਪਰ ਹੰਕਾਰ ਸਿਖਰ ਦਾ ਹੈ ਉਹਨਾਂ ਦਾ। ਘਟੋ ਘੱਟ ਮੈਂ ਵੇਖੋ ਅਕਸਰ ਕਹਿੰਦਾ ਹੁੰਦਾ ਵੀ ਅਸੀਂ ਗੁਰਦੁਆਰੇ ਆਉਂਦੇ ਹਾਂ। ਆ ਜਿਹੜੀ 30 ਮਿੰਟ ਕਥਾ ਹੋਣੀ ਆ, 30 ਮਿੰਟ ਤੇ ਮੈਨੂੰ ਵੀ ਯਾਦ ਨਹੀਂ ਰਹਿੰਦੇ ਤੇ ਤੁਹਾਨੂੰ ਕਿੱਥੇ ਯਾਦ ਰਹਿਣੇ ਨੇ। ਪਰ ਇੱਕ ਅੱਧੀ ਗੱਲ ਤੇ ਕੰਨ ਦੇ ਵਿੱਚ ਪੈਂਦੀ ਹੈ ਨਾ ਵੀ ਅੱਜ ਆਹ ਗੱਲ ਬੋਲੀ ਗਈ ਹੈ, ਤੇ ਇਹੋ ਹੀ ਸੁਰਤ ਦਾ ਪਕੜਨਾ ਹੁੰਦਾ ਹੈ ਵੀ ਅੱਜ ਕੀ ਬੋਲਿਆ ਗਿਆ ਮੈਨੂੰ ਪਤਾ ਹੈ, ਅੱਜ ਕਿਹੜੀ ਗੱਲ ਦਾ ਪਾਠ ਹੋਇਆ ਮੈਨੂੰ ਪਤਾ ਹੈ। ਇਹਨੂੰ ਕਿਹਾ ਜਾਂਦਾ ਹੈ ਸਾਡੀ ਸੁਰਤ ਦਾ ਪੱਕਣਾ। ਜਿੰਨੀਆਂ ਗੱਲਾਂ, ਹੁਣ ਜਿਹੜਾ ਬੰਦਾ 5 ਸਾਲ ਤੋਂ ਆ ਰਿਹਾ ਹੈ, ਜੇ ਉਹਨੇ ਸਿੱਖੀਆਂ ਨੇ ਗੱਲਾਂ, ਇਹਦਾ ਮਤਲਬ ਹੈ ਵੀ ਉਹਦੇ ਅੰਦਰ ਘੱਟੋ ਘੱਟ ਬਹੁਤਾ ਨਹੀਂ ਤੇ 5 ਸਾਲ ਦਾ ਮੈਟਰ ਉਹਦੇ ਅੰਦਰ ਗਿਆ ਹੈ। ਮੈਨੂੰ ਨਹੀਂ ਪਤਾ ਉਹਨੇ ਸੁਣਿਆ ਕਿ ਨਹੀਂ, ਪਰ ਬੋਲਿਆ ਤੇ ਗਿਆ ਹੈ ਕਿ ਨਹੀਂ। ਗੁਰੂ ਬਖਸ਼ਿਸ਼ ਕਰੇ, ਮਹਾਰਾਜ ਸਮਾਂ ਦੇਵੇ ਸਾਨੂੰ ਸਾਰਿਆਂ ਨੂੰ। ਤੇ ਮੈਂ ਗੱਲ ਕਹਿਣੀ ਸੀ, ਆ ਤੁਹਾਡੇ ਸਾਹਮਣੇ ਸਟੀਕ ਪਈ ਹੈ, ਲਗਭਗ 500-550 ਪੇਜ ਹੈ ਇਹਦਾ। ਜਦੋਂ ਅਰਥ ਵੇਖਦੇ ਹਾਂ ਤੇ ਸਿੰਪਲ ਅਰਥ ਨੇ, ਕੋਈ ਹੋਰ ਨਹੀਂ ਨੇ, ਸਿਰਫ ਟੂ ਦੀ ਪੁਆਇੰਟ ਅਰਥ ਕੀਤੇ ਨੇ। ਇਹ 550 ਪੇਜ ਹੈ ਇਹਦਾ ਸਟੀਕ ਦਾ। 40 ਵਾਰਾਂ ਨੇ ਭਾਈ ਗੁਰਦਾਸ ਸਾਹਿਬ ਦੀਆਂ। ਜੇ ਮਹਾਰਾਜ ਨੇ ਸਾਨੂੰ ਸਮਾਂ ਦੇਤਾ ਤੇ ਲਗਭਗ ਅਸੀਂ 6 ਤੋਂ 8 ਮਹੀਨੇ ਦੇ ਵਿੱਚ ਜੇ ਇਹਨੂੰ ਕੰਪਲੀਟ ਕਰਦੇ ਹਾਂ, ਇਹਦਾ ਮਤਲਬ ਹੈ ਬਾਕੀ ਤੇ ਗੱਲਾਂ ਛੱਡ ਹੀ ਦਿਓ, ਘੱਟੋ ਘੱਟ 800 ਪੇਜ ਤੇ ਅਸੀਂ ਇੱਕ ਵਾਰ ਸੁਣ ਲਵਾਂਗੇ ਨਾ, ਤੇ ਮੈਂ ਬੋਲ ਦੇਵਾਂਗਾ ਜੇ ਮਹਾਰਾਜ ਨੇ ਕਿਰਪਾ ਕੀਤੀ ਤੇ। ਅੱਗੇ ਮਹਾਰਾਜ ਦੀ ਮੌਜ ਹੈ, ਪਤਾ ਨਹੀਂ ਜ਼ਿੰਦਗੀ ਕਿਹੜੇ ਵੇਲੇ ਕਿੱਧਰ ਨੂੰ ਤੁਰ ਪਵੇ। ਇਹਦਾ ਮਤਲਬ ਹੈ ਵੀ ਕੁਝ ਨਾ ਕੁਝ ਤੇ ਰੋਜ਼ ਸੁਣਿਆ ਜਾ ਰਿਹਾ ਹੈ। 10 ਅੰਗ ਰੋਜ਼ ਦੇ ਲਗਭਗ 8 ਤੋਂ 10 ਅੰਗ ਸਹਿਜ ਪਾਠ ਹੋ ਰਿਹਾ ਹੈ। ਰੋਜ਼ ਆਸਾ ਦੀ ਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਰਹੀ ਹੈ। ਨਿਤਨੇਮ ਰੋਜ਼ ਹੋ ਰਿਹਾ ਹੈ। ਕੁਝ ਨਾ ਕੁਝ ਤੇ ਕੰਨਾਂ ਦੇ ਵਿੱਚ ਪੈਂਦਾ ਹੀ ਹੈ ਨਾ ਜਿਹੜਾ ਬੰਦਾ ਆ ਰਿਹਾ ਹੈ। ਇਹਦਾ ਮਤਲਬ ਹੈ ਜਿੰਨਾ ਕੁਝ ਕੰਨਾਂ ਦੇ ਵਿੱਚ ਪੈ ਗਿਆ ਹੈ, ਉਨੀ ਮੈਮਰੀ ਫੁੱਲ ਹੋਈ ਜਾ ਰਹੀ ਹੈ। ਨਵੀਂ ਗੱਲ ਪਤਾ ਲੱਗ ਗਈ ਹੈ, ਅੱਜ ਕੁਝ ਨਵਾਂ ਸਿੱਖਣ ਨੂੰ ਮਿਲ ਗਿਆ ਹੈ। ਉਹਨੂੰ ਕੀ ਕਿਹਾ ਜਾਂਦਾ ਹੈ? ਸੂਰਜ ਦਾ ਸਾਡੇ ਅੰਦਰ ਚੜ੍ਹਨਾ। ਪਰ ਪ੍ਰੋਬਲਮ ਪਤਾ ਕੀ ਹੁੰਦੀ ਹੈ?
ਜਦੋਂ ਸੂਰਜ ਬਹੁਤਾ ਸਿਖਰ ਦੇ ਉੱਤੇ ਹੋਵੇ ਨਾ, ਫਿਰ ਸਾੜਨਾ ਸ਼ੁਰੂ ਕਰ ਦਿੰਦਾ। ਪਿਛਲੇ ਮਹੀਨਿਆਂ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖਿਆ, ਜਿੰਨਾ ਗਿਆਨ ਵੱਧ ਜਾਵੇਗਾ ਬੰਦੇ ਦੇ ਅੰਦਰ, ਕੱਲਾ ਸੁਣ ਸੁਣ ਕੇ ਹੀ ਬਸ, ਤੇ ਮੇਰੇ ਵਰਗਿਆਂ ਦੇ ਅੰਦਰ ਬੋਲ ਬੋਲ ਕੇ, ਇਹ ਜਿੰਨਾ ਅੰਦਰ ਇਕੱਠਾ ਹੋਈ ਜਾਂਦਾ ਨਾ ਵੀ ਆਹ ਵੀ ਗੱਲ ਪਤਾ ਲੱਗ ਗਈ, ਆਹ ਵੀ ਗੱਲ ਪਤਾ ਲੱਗ ਗਈ, ਫਿਰ ਹਾਲ ਨਾ ਮੋਮਬੱਤੀ ਵਰਗਾ ਹੋ ਜਾਂਦਾ। ਜਗਦੀ ਤੇ ਆ ਪਰ ਆਪਣੇ ਆਪ ਨੂੰ ਸਾੜਦੀ ਹੈ। ਇਹਨੂੰ ਗੱਲਾਂ ਤੇ ਬੜੀਆਂ ਪਤਾ ਨੇ, ਪਰ ਰਿੱਝਿਆ ਰਹਿੰਦਾ ਹੈ ਇਹਨਾਂ ਗੱਲਾਂ ਦੇ ਵਿੱਚ। ਪਤਾ ਤੇ ਹੈ ਪਰ ਨਾਲ ਹੰਕਾਰ ਆ ਗਿਆ ਵੀ ਮੈਨੂੰ ਹੀ ਜ਼ਿਆਦਾ ਪਤਾ, ਮੈਂ ਹੀ ਸਾਰਾ ਕੁਝ ਜਾਣਦਾ ਹਾਂ। ਇਹ ਫਿਰ ਪ੍ਰੋਬਲਮ ਆ ਗਈ, ਕਿਉਂਕਿ ਪਰਹੇਜ਼ ਨਹੀਂ ਹੁੰਦਾ। ਜਿੱਦਾਂ ਮੋਮਬੱਤੀ ਸੜਦੀ ਹੈ ਨਾ, ਜਗਦੀ ਤੇ ਹੈ, ਵੇਖਣ ਵਾਲੇ ਨੂੰ ਲੱਗਦਾ ਵੀ ਚਾਨਣ ਕਰਦੀ ਪਈ ਆ, ਪਰ ਆਪ ਵੀ ਤੇ ਖਤਮ ਹੁੰਦੀ ਜਾਂਦੀ ਹੈ ਨਾ। ਇੱਦਾਂ ਹੀ ਸਾਡੇ ਨਾਲ ਹੁੰਦਾ ਹੈ। ਸਾਨੂੰ ਗੱਲਾਂ ਤੇ ਬੜੀਆਂ ਪਤਾ ਲੱਗ ਜਾਂਦੀਆਂ ਨੇ, ਸਾਨੂੰ ਬੜਾ ਕੁਝ ਪਤਾ ਲੱਗ ਜਾਂਦਾ, ਪਰ ਅੰਦਰੋਂ ਅੰਦਰੋਂ ਜਿਹੜਾ ਸਾਡਾ ਅਹੰ ਹੁੰਦਾ ਹੈ ਨਾ, ਉਹ ਸਾਨੂੰ ਸਾੜਦਾ ਰਹਿੰਦਾ ਹੈ। ਸਾਨੂੰ ਪਤਾ ਹੀ ਨਹੀਂ ਲੱਗਦਾ। ਹੋਰ ਚੀਜ਼ਾਂ ਵੀ ਸਾਨੂੰ ਸਾੜਦੀਆਂ ਰਹਿੰਦੀਆਂ ਨੇ, ਸਾਨੂੰ ਸਮਝ ਨਹੀਂ ਲੱਗਦੀ। ਸੂਰਜ ਇੰਨਾ ਜ਼ਿਆਦਾ ਚੜ੍ਹ ਗਿਆ ਵੀ ਉਹਨੇ ਹੋਰ ਤੇ ਕੀ ਕਰਨਾ ਸੀ, ਉਹਨੇ ਆਪਣਾ ਆਪ ਹੀ ਸਾੜ ਲਿਆ ਹੈ। ਸਾਡੇ ਅੰਦਰ ਇਨਫੋਰਮੇਸ਼ਨ, ਨੌਲੇਜ ਇੰਨੀ ਜ਼ਿਆਦਾ ਹੋ ਗਈ, ਜ਼ਿਆਦਾ ਤਾਂ ਵੈਸੇ ਨਹੀਂ ਹੋਈ, ਪਰ ਫਿਰ ਵੀ ਸਾਨੂੰ ਲੱਗਦਾ ਵੀ ਜ਼ਿਆਦਾ ਹੋ ਗਈ, ਇੰਨੀ ਜ਼ਿਆਦਾ ਹੋ ਗਈ ਵੀ ਹੁਣ ਅਸੀਂ ਆਪਣਾ ਹੀ ਆਪ ਸਾੜਦੇ ਪਏ ਹਾਂ। ਇਹਦੇ ਨਾਲ ਸਾਡਾ ਫਾਇਦਾ ਘੱਟ ਹੋ ਰਿਹਾ ਹੈ, ਨੁਕਸਾਨ ਜ਼ਿਆਦਾ ਹੋ ਰਿਹਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਪੜ੍ਹਨਾ ਛੱਡ ਦੇਣਾ ਹੈ। ਮਹਾਰਾਜ ਨੇ ਅੱਗੇ ਗੱਲ ਕੀਤੀ ਹੈ, ਇੰਨਾ ਗਿਆਨ ਦਾ ਸੂਰਜ ਬੰਦੇ ਦੇ ਅੰਦਰ ਹੋਵੇ ਵੀ ਲਗਭਗ ਗੱਲ ਦਾ ਪਤਾ ਹੋਵੇ, ਮੈਚੋਰਿਟੀ ਹੋਵੇ, ਸਮਝ ਹੋਵੇ, ਇੰਨਾ ਸੂਰਜ ਅੰਦਰ ਚੜ੍ਹਿਆ ਹੋਣਾ ਚਾਹੀਦਾ ਹੈ। ਅੱਗੇ ਤੇ ਭਾਈ ਗੁਰਦਾਸ ਸਾਹਿਬ ਅਗਲੀ ਪੌੜੀ 'ਚ ਕਹਿੰਦੇ ਨੇ, ਕਹਿੰਦੇ ਲੱਖਾਂ ਹੀ ਸੂਰਜ ਬੰਦੇ ਦੇ ਅੰਦਰ ਚੜ੍ਹੇ ਹੋਏ ਨੇ। ਇੰਨਾ ਸਮਝ ਹੋਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਰੀ ਦੀ ਸਾਰੀ ਯਾਦ, ਇਹੋ ਜਿਹੇ ਗੁਰਮੁਖ ਵੀ ਆਏ ਨੇ, ਅਕਾਲੀ ਕੌਰ ਸਿੰਘ ਵਰਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਤੁਕ ਤਤਕਰਾ ਤਿਆਰ ਕੀਤਾ ਗਿਆ, ਮਤਲਬ ਇੱਕ ਵਰਡ, ਹੁਣ ਤੇ ਅਸੀਂ ਫੋਨ ਦੇ ਉੱਤੇ ਪਾਉਂਦੇ ਆ ਨਾ, ਤੇ ਇੱਕ ਵਰਡ ਅਸੀਂ ਪਾ ਦਿੱਤਾ ਉਹਦੇ ਉੱਤੇ, ਤੇ ਸਾਰੀਆਂ ਤੁਕਾਂ ਜਿਹੜੀਆਂ ਸੀ ਉਹ ਲਿਖੀਆਂ ਆ ਗਈਆਂ। ਵੀ ਮੰਨ ਲਓ ਸ਼ਬਦ ਪਾਇਆ, ਤੇ ਜਿੰਨੀਆਂ ਸ਼ਬਦ ਦੇ ਨਾਲ ਰਿਲੇਟਡ ਜਿਹੜੀਆਂ ਲਾਈਨਸ ਨੇ ਉਹ ਸਾਹਮਣੇ ਲਿਖੀਆਂ ਆ ਜਾਂਦੀਆਂ ਨੇ ਫੋਨ ਤੇ। ਕਿੱਡਾ ਸੌਖਾ ਕੰਮ ਹੈ, ਕਿਉਂਕਿ ਕੰਪਿਊਟਰ ਨੇ ਕੀਤਾ ਤਾਂ ਬੜਾ ਸੌਖਾ ਹੋ ਗਿਆ। ਅਕਾਲੀ ਕੌਰ ਸਿੰਘ ਹੋਣਾ ਨੇ ਇਹ ਪਹਿਲੀ ਵਾਰ ਆਪ ਕੀਤਾ ਸੀ ਜ਼ਿੰਦਗੀ ਦੇ ਵਿੱਚ, ਖੁਦ ਬੈਠ ਕੇ ਕੀਤਾ ਸੀ। ਔਰ ਕਿੰਨੀ ਮਿਹਨਤ ਹੈ ਉਹਨਾਂ ਬੰਦਿਆਂ ਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੰਨੀ ਵਾਰ ਪੜ੍ਹਨਾ, ਇੰਨੀ ਵਾਰ ਸਮਝਣਾ ਵੀ ਆਹ ਕਿਤੇ ਕੋਈ ਲਾਈਨ ਰਹਿ ਨਾ ਜਾਵੇ, ਪੰਕਤੀ ਰਹਿ ਨਾ ਜਾਵੇ। ਇਹ ਹੁੰਦਾ ਹੈ ਵੀ ਅੰਦਰ ਜਾਣਕਾਰੀ ਬਹੁਤ ਹੈ, ਪਰ ਨਾਲ ਕੀ ਹੈ, ਇਹ ਜਾਣਕਾਰੀ ਕਿਤੇ ਸਾੜ ਨਾ ਦੇਵੇ। ਤੇ ਬੜਿਆਂ ਨੂੰ ਪਾਠ ਬੜੇ ਆਉਂਦੇ ਨੇ, ਪਰ ਗੁੱਸਾ ਵੀ ਬੜਾ ਆਉਂਦਾ ਹੈ ਉਹਨਾਂ ਨੂੰ। ਇਹਦਾ ਮਤਲਬ ਕੀ ਹੁੰਦਾ ਹੈ, ਸੂਰਜ ਤੇ ਚੜ੍ਹਿਆ ਹੈ, ਪਰ ਇਸ ਸੂਰਜ ਨੇ ਸਾੜ ਕੇ ਰੱਖ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ, ਗੁਰਸਿੱਖਾਂ ਨੇ ਕੀ ਕਰਨਾ ਹੈ, 12-16 ਮੇਲ ਕੈ, ਇਹਨਾਂ ਨੇ ਚੰਦਰਮਾ ਵੀ ਨਾਲ ਰੱਖਣਾ ਹੈ ਵੀ ਇਹਨਾਂ ਦੇ ਅੰਦਰ ਸ਼ਾਂਤੀ ਵੀ ਰਵੇ, ਇਹਨਾਂ ਦੇ ਅੰਦਰ ਟਿਕਾ ਵੀ ਰਵੇ। ਨਹੀਂ ਤੇ ਇਦਾਂ ਨਾ ਹੋਵੇ ਵੀ ਦੀਵਾ ਜਗ ਪਿਆ ਤੇ ਹੁਣ ਬਸ ਸਾਰਿਆਂ ਨੂੰ ਸਾੜ ਕੇ ਰੱਖ ਦੇਵੇ। ਨਹੀਂ, ਗਿਆਨ ਇੰਨਾ ਹੋਵੇ, ਜਾਣਕਾਰੀ ਇੰਨੀ ਹੋਵੇ, ਸਮਝ ਇੰਨੀ ਹੋਵੇ ਵੀ ਸਾਨੂੰ ਬਹੁਤੀਆਂ ਗੱਲਾਂ ਦਾ ਪਤਾ ਹੋਵੇ। ਸਾਰੀਆਂ ਦਾ ਤਾਂ ਕਦੀ ਹੋ ਹੀ ਨਹੀਂ ਸਕਦਾ, ਬਹੁਤੀਆਂ ਗੱਲਾਂ ਦਾ ਪਤਾ ਹੋਵੇ, ਪਰ ਨਾਲ ਇੱਕ ਸ਼ਾਂਤੀ ਰਹਿਣੀ ਚਾਹੀਦੀ ਹੈ। ਨਹੀਂ ਤੇ ਪ੍ਰੋਬਲਮ ਪਤਾ ਕੀ ਹੈ, ਜਿੰਨੀਆਂ ਡਿਗਰੀਆਂ ਜ਼ਿਆਦਾ ਹੋਈ ਜਾਂਦੀਆਂ ਨੇ, ਉਨੀ ਹੰਕਾਰ ਦੀ ਪੰਡ ਵੀ ਵੱਡੀ ਹੋਈ ਜਾਂਦੀ। ਪਿੱਛੇ ਜੇ ਮੈਨੂੰ ਇੱਕ ਗੱਲ ਸੁਣਨ ਨੂੰ ਮਿਲੀ ਸੀ, ਉਹ ਪਿੰਡ ਦੇ ਵਿੱਚ ਕੋਈ ਨਾ ਹੌਸਪੀਟਲ ਦੇ ਵਿੱਚ, ਇੱਥੇ ਤੁਹਾਡੇ ਲਾਗੇ ਜਿਹੜਾ ਹੌਸਪੀਟਲ ਹੈ, ਇੱਥੋਂ ਦੀ ਗੱਲ ਦੱਸੀ ਸੀ ਮੈਨੂੰ ਕਿਸੇ ਨੇ। ਤੋ ਪ੍ਰੋਬਲਮ ਇਹ ਸੀ ਵੀ ਪਿੰਡ ਦੇ ਵਿੱਚੋਂ ਕੋਈ ਇਲਾਜ ਕਰਨ ਦੇ ਲਈ ਆ ਗਿਆ, ਕਿਉਂਕਿ ਸਸਤੇ ਨੇ ਥੋੜ੍ਹੇ ਜਿਹੇ ਹਸਪਤਾਲ, ਇਸ ਕਰਕੇ ਲੋਕ ਇਲਾਜ ਕਰਨ ਆ ਜਾਂਦੇ ਨੇ। ਅਤੇ ਉਹਨੇ ਕਿਤੇ ਡਾਕਟਰ ਸੀ, ਅਤੇ ਡਾਕਟਰ ਨੂੰ ਹੁਣ ਉਹਨੂੰ ਕੀ ਪਤਾ ਵਿਚਾਰੇ ਨੂੰ ਵੀ ਕੀ ਬੋਲਣਾ ਹੁੰਦਾ ਇਹਨਾਂ ਨੂੰ, ਵੀ ਕਿਹੜਾ ਡਿਗਰੀ ਲੈ ਕੇ ਘੁੰਮਦਾ ਫਿਰਦਾ ਵੀ ਇਹਨੂੰ ਡਾਕਟਰ ਕਹਿਣਾ। ਉਹਨੇ ਕਿਤੇ ਭੁਲੇਖੇ ਦੇ ਨਾਲ ਕਿਤੇ ਉਹਨੂੰ ਸਿਸਟਰ ਕਹਿ ਦਿੱਤਾ। ਹੁਣ ਡਾਕਟਰ ਨੂੰ ਗੁੱਸਾ ਲੱਗ ਗਿਆ ਵੀ ਮੈਂ ਲੇਡੀ ਡਾਕਟਰ ਸੀ, ਵੀ ਇੰਨਾ ਮੈਂ ਪੜ੍ਹ ਕੇ ਗਈ ਹਾਂ, ਇੰਨੀ ਮੈਂ ਚੰਗੀ ਪੋਸਟ ਦੇ ਉੱਤੇ ਕੰਮ ਕਰਦੀ, ਵੀ ਤੈਨੂੰ ਮੈਂ ਸਿਸਟਰ ਦੱਸਦੀ ਪਈ ਹਾਂ। ਹੁਣ ਪ੍ਰੋਬਲਮ ਕੀ ਹੈ, ਪ੍ਰੋਬਲਮ ਇੱਥੇ ਸਿਰਫ ਇੱਕ ਇੱਦਾਂ ਕਹਿ ਲਈ ਵੀ ਅਗਿਆਨਤਾ ਦੀ ਪ੍ਰੋਬਲਮ ਹੈ। ਵੀ ਮੈਂ ਬਣ ਗਿਆ ਹਾਂ ਡਾਕਟਰ, ਤੇ ਹੁਣ ਮੈਨੂੰ ਲੱਗਣਾ ਵੀ ਤੇ ਚਾਹੀਦਾ ਹੈ ਨਾ ਵੀ ਮੈਂ ਹਾਂ। ਹਾਲਾਂਕਿ ਉਸ ਬੰਦੇ ਨੇ ਭੁਲੇਖੇ ਦੇ ਨਾਲ ਬੋਲਿਆ ਹੈ, ਉਹਨੂੰ ਪਤਾ ਹੀ ਨਹੀਂ ਵੀ ਕੀ ਬੋਲਣਾ ਚਾਹੀਦਾ ਤੇ ਕੀ ਨਹੀਂ ਬੋਲਣਾ ਚਾਹੀਦਾ। ਜੇ ਉਹਨੂੰ ਸਮਝ ਹੁੰਦੀ ਤੇ ਉਹ ਕਿਉਂ ਨਾ ਬੋਲਦਾ, ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹਨਾਂ ਨੂੰ ਕਿਹੜੇ ਅਹੁਦੇ ਦੇ ਨਾਲ ਬੁਲਾਉਣਾ ਹੁੰਦਾ ਹੈ। ਉਹ ਵਿਚਾਰੇ ਨੂੰ ਜੋ ਕਿਤੇ ਥੋੜ੍ਹਾ ਬਹੁਤ ਅੱਖਰ ਸੁਣਿਆ ਸੀ ਉਹਨੇ ਬੁਲਾ ਦਿੱਤਾ, ਉਹਨੂੰ ਗੁੱਸਾ ਲੱਗ ਗਿਆ। ਇਹ ਕੀ ਹੁੰਦਾ ਹੈ ਵੀ ਜਾਣਕਾਰੀ ਤੇ ਬਹੁਤ ਹੈ, ਪਰ ਪੰਡ ਵੀ ਨਾਲ ਏਡੀ ਵੱਡੀ ਹੈ ਹੰਕਾਰ ਦੀ ਵੀ ਮੈਨੂੰ ਕੋਈ ਡੀਗਰੇਡ ਕਿਉਂ ਕਰ ਦੇਵੇ, ਮੈਨੂੰ ਕੋਈ ਨੀਵਾਂ ਕਿਉਂ ਬੋਲ ਜਾਵੇ। ਨਹੀਂ, ਸਾਡੇ ਅੰਦਰ ਜਾਣਕਾਰੀ ਭਰੋ। ਮੈਂ ਫਿਰ ਕਹਿ ਰਿਹਾ ਹਾਂ ਵਾਰ-ਵਾਰ, ਜਿੰਨਾ ਪੜ੍ਹ ਸਕਦੇ ਜੇ, ਜਿੰਨਾ ਸੁਣ ਸਕਦੇ ਜੇ, ਜਿੰਨਾ ਸਮਝ ਸਕਦੇ ਜੇ, ਓਨਾ ਹੀ ਥੋੜ੍ਹਾ ਹੈ। ਪਰ ਅੰਦਰ ਇੱਕ ਸ਼ਾਂਤੀ ਹੋਣੀ ਚਾਹੀਦੀ ਹੈ। ਸਾਡਾ ਪੜ੍ਹਿਆ ਸੁਣਿਆ ਕਿਤੇ ਸਾਨੂੰ ਹੀ ਨਾ ਸਾੜ ਕੇ ਰੱਖ ਦੇਵੇ।
ਸਾਡਾ ਪੜਿਆ ਸੁਣਿਆ ਕਿਤੇ ਸਾਡੇ ਨਾਲ ਨੁਕਸਾਨ ਕਰ ਦੇਵੇ। ਬੇੜੀ ਤਰਦੀ ਵੀ ਪਾਣੀ ਦੇ ਵਿੱਚ ਹੈ, ਪਰ ਡੁੱਬਦੀ ਵੀ ਤੇ ਪਾਣੀ ਦੇ ਵਿੱਚ ਹੀ ਹੈ। ਕਿਤਾਬਾਂ ਦੇ ਪੜ੍ਹੇ ਹੋਏ ਪਾਰ ਹੋ ਜਾਂਦੇ ਨੇ, ਪਰ ਮਰਦੇ ਵੀ ਕਿਤਾਬਾਂ ਦੇ ਪੜ੍ਹੇ ਹੋਏ ਨੇ। ਇਸ ਕਰਕੇ ਬੜੇ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਸੋਚਣਾ ਹੁੰਦਾ ਵੀ ਸੂਰਜ ਵੀ ਹੋਵੇ ਸਾਡੇ ਪੱਲੇ, ਪਰ ਸਾਡੇ ਪੱਲੇ ਚੰਦਰਮਾ ਵਰਗੀ ਸ਼ਾਂਤੀ ਵੀ ਹੋਵੇ, ਟਿਕਾ ਵੀ ਹੋਵੇ। 12-16 ਮੇਲ ਕੈ ਸਸੀਅਰ ਅੰਦਰ ਸੂਰ ਸਮਾਏ। ਗੁਰੂ ਨਾਨਕ ਸਾਹਿਬ ਨੂੰ ਸਿੱਧਾ ਨੇ ਸਵਾਲ ਕੀਤਾ ਸੀ ਕਿ ਕਿੱਦਾਂ ਹੋ ਸਕਦਾ ਹੈ ਇਹ ਵੀ ਸੂਰਜ ਦੇ ਘਰ ਦੇ ਵਿੱਚ ਜਿਹੜਾ ਹੈ ਉਹ ਚੰਦਰਮਾ ਦੇ ਘਰ ਦੇ ਵਿੱਚ ਸੂਰਜ ਵਸ ਜਾਵੇ ਆ ਕੇ। ਮਹਾਰਾਜ ਕਹਿੰਦੇ ਸ਼ਬਦ ਭਾਖਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੈ ਅੰਧਿਆਰਾ। ਸ਼ਬਦ ਬੋਲੋ, ਮਹਾਰਾਜ ਤੁਹਾਨੂੰ ਸ਼ਾਂਤੀ ਦੇਵੇਗਾ। ਮੇਨ ਕੀ ਗੱਲ ਹੈ ਵੀ ਭਾਈ ਪੜ੍ਹੋ, ਜਿੰਨਾ ਪੜ੍ਹਿਆ ਜਾਂਦਾ ਹੈ ਓਨਾ ਥੋੜ੍ਹਾ ਹੈ, ਪਰ ਇਹ ਪੜ੍ਹਾਈ ਕਿਤੇ ਨੁਕਸਾਨ ਨਾ ਕਰ ਦੇਵੇ। ਇਸ ਪੜ੍ਹਾਈ ਦੇ ਨਾਲ ਸ਼ਾਂਤੀ ਵੀ ਬਣਾ ਕੇ ਰੱਖੋ, ਨਹੀਂ ਤੇ ਵੇਖ ਲਓ ਪੜ੍ਹੀ ਲਿਖੀ ਜਾਂਦੀ ਹੈ ਦੁਨੀਆ, ਹੋਰ ਅਸ਼ਾਂਤ ਹੋਈ ਜਾਂਦਾ ਹੈ ਕੰਮ, ਹੋਰ ਜ਼ਿਆਦਾ ਸਟ੍ਰੈਸ ਮਾਈਂਡ ਚਲੀ ਜਾਂਦਾ ਹੈ ਕੰਮ। ਇਹਨੂੰ ਸਮਝਣ ਦੀ ਲੋੜ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਸਿੱਖਾਂ ਨੇ 12-16 ਭਾਈ ਸੂਰਜ ਤੇ ਚੰਦਰਮਾ ਇਕੱਠੇ ਕਰਕੇ ਰੱਖ ਦਿੱਤੇ। ਇਹ ਸੁਭਾਅ ਦੀਆਂ ਗੱਲਾਂ ਨੇ। ਅੰਦਰ ਗਿਆਨ ਦਾ ਸੂਰਜ ਵੀ ਚੜਿਆ ਹੋਇਆ ਹੈ, ਪਰ ਚੰਦਰਮਾ ਦੇ ਵਰਗੀ ਠੰਡ ਵੀ ਉਹਨਾਂ ਦੇ ਅੰਦਰ ਹੈ। ਸਸੀਅਰ ਅੰਦਰ ਸੂਰ ਸਮਾਏ, ਸ਼ਿਵ ਸ਼ਕਤੀ ਨੂੰ ਲੰਘ ਕੇ ਗੁਰਮੁਖ ਇੱਕ ਮਨ ਇੱਕ ਧਿਆਏ। ਭਾਈ ਰਜੋ ਗੁਣ ਤੇ ਤਮੋ ਗੁਣ ਤੋਂ ਲੰਘ ਕੇ ਇੱਕ ਮਨ ਦੇ ਨਾਲ ਮਾਲਕ ਦਾ ਆਰਾਧਨ ਕਰਦੇ ਨੇ। ਪੈਰੀਂ ਪੈ ਜਗ ਪੈਰੀਂ ਪਾਏ। ਆਪ ਤੇ ਉਹ ਇਦਾਂ ਕਹਿ ਲਓ ਵੀ ਅਕਾਲ ਪੁਰਖ ਦੇ ਪੈਰੀਂ ਪਏ ਰਹਿੰਦੇ ਨੇ, ਸਾਰਿਆਂ ਦੇ ਨੀਵੇਂ ਹੋ ਕੇ ਰਹਿੰਦੇ ਨੇ, ਕਿਉਂਕਿ ਚੰਦਰਮਾ ਵਰਗੀ ਸ਼ਾਂਤੀ ਹੈ ਤੇ ਨਿਰਮਾਣ ਹੋ ਕੇ ਬਣੇ ਰਹਿੰਦੇ ਨੇ। ਪਰ ਨਾਲ ਕੀ ਹੈ, ਜਗ ਪੈਰੀਂ ਪਾਏ, ਸਾਰਾ ਸੰਸਾਰ ਉਹਨਾਂ ਦੇ ਚਰਨਾਂ ਦੇ ਵਿੱਚ ਆ ਜਾਂਦਾ ਹੈ। ਮੁੱਖ ਭਾਵ ਜਿਹੜਾ ਅਸੀਂ ਸਮਝਿਆ ਹੈ ਉਹ ਇਹ ਸਮਝਿਆ ਹੈ ਇਸ ਵਾਰ ਦੇ ਵਿੱਚੋਂ ਵੀ ਇੱਥੇ ਕੋਈ ਵੀ ਆ ਸਕਦਾ ਹੈ ਗੁਰੂ ਘਰ ਦੇ ਵਿੱਚ, ਪਰ ਵਿਤਕਰਿਆਂ ਵਾਲਾ ਨਹੀਂ। ਇੱਥੇ ਇੱਦਾਂ ਵਿਚਰਨਾ ਹੁੰਦਾ ਹੈ ਵੀ ਜਿੰਨਾ ਸਮਾਂ ਮਾਲਕ ਨੇ ਬਖਸ਼ਿਆ ਹੈ ਇਹਦਾ ਕਿੰਨਾ ਫਾਇਦਾ ਉਠਾ ਸਕਦੇ ਹਾਂ। ਤੀਜਾ ਪਾਸਾ ਇਹ, ਸਾਡੇ ਪੱਲੇ ਜਾਣਕਾਰੀ ਹੋਵੇ, ਸਮਝ ਹੋਵੇ, ਗੁਰੂ ਘਰ ਦੇ ਵਿੱਚੋਂ ਸਿੱਖੀਏ ਜ਼ਰੂਰ, ਪਰ ਇਹ ਸਿੱਖਿਆ ਜਿਹੜੀ ਹੈ ਸਾਨੂੰ ਸ਼ਾਂਤ ਕਰੇ, ਨਾ ਕਿ ਸਾਡੇ ਲਈ ਤਪਸ਼ ਦਾ ਕਾਰਨ ਬਣ ਜਾਵੇ। ਮਹਾਰਾਜ ਕਿਰਪਾ ਕਰੇ। ਆਪ ਜੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ